हाँ जी ਡੀਅਰ ਵਿਊਅਰ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ। ਮੈਂ ਨਰਿੰਦਰ ਕੁਮਾਰ, ਫੈਕਲਟੀ ਆਫ ਵਿਜ਼ਡਮ ਅਕੈਡਮੀ ਅਰਨੋ ਤੋਂ। ਮੇਰਾ ਜਿਹੜਾ ਅੱਜ ਦਾ ਵੀਡੀਓ ਹੈ ਕਿਸੇ ਵੀ ਜੋਬ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਉਹਨਾਂ ਸਾਰੇ ਵਿਊਅਰਸ ਵਾਸਤੇ ਹੈ। ਅਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਅੰਗਰੇਜ਼ੀ ਕਾਲ ਦੇ ਦੌਰਾਨ ਯਾਨੀ ਕਿ ਬ੍ਰਿਟਿਸ਼ ਪੀਰੀਅਡ ਦੇ ਦੌਰਾਨ ਜਿਹੜੇ ਵੀ ਭਾਰਤ ਦੇ ਪ੍ਰਸ਼ਾਸਨ ਨੂੰ ਲੈ ਕੇ ਅੰਗਰੇਜ਼ਾਂ ਦੁਆਰਾ ਐਕਟ ਪਾਸ ਕੀਤੇ ਗਏ ਨੇ, ਵਿਧਾਇਕ ਪਾਸ ਕੀਤੇ ਗਏ ਨੇ, ਉਹਨਾਂ ਐਕਟਾਂ ਦੇ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅੰਗਰੇਜ਼ਾਂ ਨੇ ਭਾਰਤੀ ਪ੍ਰਸ਼ਾਸਨ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਜਿਹੜੇ ਕਾਨੂੰਨ ਪਾਸ ਕੀਤੇ ਗਏ ਨੇ ਉਹਨਾਂ ਕਾਨੂੰਨਾਂ ਦੀਆਂ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਨੇ ਅਤੇ ਉਹਨਾਂ ਦੇ ਵਿੱਚ ਕਿਹੜੀਆਂ ਵਿਵਸਥਾਵਾਂ ਨੇ ਜਿਹੜੀਆਂ ਅੰਗਰੇਜ਼ੀ ਪ੍ਰਸ਼ਾਸਨ ਨੇ ਸਾਡੇ ਭਾਰਤ ਦੇ ਵਿੱਚ ਲਾਗੂ ਕੀਤੀਆਂ। ਇਹਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਜਿਹੜਾ ਐਕਟ ਪਾਸ ਕੀਤਾ ਗਿਆ ਸਨ 1773 ਦੇ ਵਿੱਚ, ਅਤੇ ਇਸ ਐਕਟ ਨੂੰ ਅਸੀਂ ਬੋਲਦੇ ਹਾਂ ਰੈਗੂਲੇਟਿੰਗ ਐਕਟ। ਰੈਗੂਲੇਟਿੰਗ ਐਕਟ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਵਿਵਸਥਾ ਕੀਤੀ ਗਈ, ਜਿਵੇਂ ਕਿ ਉਸ ਸਮੇਂ ਅੰਗਰੇਜ਼ਾਂ ਦਾ ਮੇਨਲੀ ਜਿਹੜਾ ਕਬਜ਼ਾ ਹੈ ਇੱਕ ਤਾਂ ਬੰਬੇ 'ਤੇ ਸੀ, ਦੂਜਾ ਸੀ ਮਦਰਾਸ ਦੇ ਉੱਤੇ, ਅਤੇ ਤੀਜਾ ਸੀ ਕਲਕੱਤਾ। ਠੀਕ ਹੈ, ਚਾਹੇ ਇਸ ਨੂੰ ਅਸੀਂ ਬੰਗਾਲ ਕਹਿ ਲਈਏ। ਇਹਨਾਂ ਤਿੰਨ ਇਲਾਕਿਆਂ ਦੇ ਉੱਤੇ ਮੇਨਲੀ ਕਬਜ਼ਾ ਸੀ, ਅਤੇ ਇਹੀ ਉਸ ਸਮੇਂ ਤਿੰਨ ਵੱਡੇ ਏਰੀਏ ਸਨ ਭਾਰਤ ਦੇ। ਅਤੇ ਬੰਗਾਲ ਦੇ ਜਿਹੜੇ ਗਵਰਨਰ ਸਨ ਉਹਨਾਂ ਨੂੰ ਹੁਣ ਗਵਰਨਰ ਤੋਂ ਗਵਰਨਰ ਜਨਰਲ ਦਾ ਨਾਮ ਦਿੱਤਾ ਗਿਆ, ਅਤੇ ਇਹਦੇ ਅੰਡਰ ਮਦਰਾਸ ਅਤੇ ਬੰਬੇ ਦੇ ਜਿਹੜੇ ਗਵਰਨਰ ਸੀ ਉਹਨਾਂ ਨੂੰ ਹੁਣ ਬੰਗਾਲ ਦੇ ਗਵਰਨਰ ਦੇ ਅਧੀਨ ਕੀਤਾ ਗਿਆ। ਇਹ ਪਹਿਲਾਂ ਤਿੰਨੋਂ ਜਿਹੜੇ ਗਵਰਨਰ ਸਨ ਉਹ ਆਪਣੇ ਆਪਣੇ ਇਲਾਕੇ ਦੇ ਵਿੱਚ ਸੁਤੰਤਰ ਸਨ, ਅਤੇ ਇੱਕ ਦੂਸਰੇ ਦੇ ਮਾਮਲੇ ਦੇ ਨਾਲ ਇਹਨਾਂ ਦਾ ਕਿਸੇ ਪ੍ਰਕਾਰ ਦਾ ਵੀ ਕੋਈ ਕੋਆਰਡੀਨੇਸ਼ਨ ਨਹੀਂ ਸੀ। ਲੇਕਿਨ ਹੁਣ ਮਦਰਾਸ ਦੇ ਜਿਹੜੇ ਬੰਬੇ ਦੇ ਗਵਰਨਰ ਨੇ ਉਹਨਾਂ ਨੂੰ ਬੰਗਾਲ ਦੇ ਗਵਰਨਰ ਜਨਰਲ ਦੇ ਅੰਡਰ ਕਰ ਦਿੱਤਾ ਗਿਆ। ਇੱਕ ਕੰਮ ਤਾਂ ਅੰਗਰੇਜ਼ਾਂ ਦੁਆਰਾ ਇਸ ਐਕਟ ਦੇ ਵਿੱਚ ਇਹ ਕੀਤਾ ਗਿਆ, ਅਤੇ ਦੂਜੀ ਗੱਲ ਬੰਗਾਲ ਦੇ ਜਿਹੜੇ ਪਹਿਲੇ ਗਵਰਨਰ ਜਨਰਲ ਸਨ ਉਹਨਾਂ ਦਾ ਨਾਮ ਤੁਸੀਂ ਨੋਟ ਕਰ ਲੈਣਾ। ਉਹਨਾਂ ਦਾ ਨਾਮ ਹੈਗਾ ਲਾਰਡ ਵਾਰਨ ਹੇਸਟਿੰਗ। ਇਹ ਬੰਗਾਲ ਦੇ ਪਹਿਲੇ ਗਵਰਨਰ ਜਨਰਲ ਸਨ ਜੋ ਸਨ 1772 ਦੇ ਵਿੱਚ ਚੁਣੇ ਗਏ ਸਨ। ਲਾਰਡ ਵਾਰਨ ਹੇਸਟਿੰਗ ਭਾਰਤ ਦੇ ਵਿੱਚ ਸਨ 1772 ਦੇ ਵਿੱਚ ਆਏ ਸਨ, ਅਤੇ 1785 ਤੱਕ ਇਹ ਬੰਗਾਲ ਦੇ ਗਵਰਨਰ ਜਨਰਲ ਦੇ ਤੌਰ 'ਤੇ ਨਿਯੁਕਤ ਰਹੇ ਸਨ। ਉਸ ਤੋਂ ਬਾਅਦ ਲਾਰਡ ਕਾਰਨਵਾਲਿਸ ਸਨ ਜੋ ਭਾਰਤ ਦੇ ਵਿੱਚ ਆਏ ਸਨ। ਇਸ ਤੋਂ ਬਾਅਦ ਦੂਜਾ ਕੰਮ ਇਹਦੇ ਵਿੱਚ ਕੀਤਾ ਗਿਆ ਕਿ ਕਲਕੱਤਾ ਦੇ ਵਿੱਚ ਜਿਹੜੀ ਗਵਰਨਰ ਜਨਰਲ ਬਣਾਏ ਗਏ ਸਨ ਉਹਨਾਂ ਦੇ ਨਾਲ 4 ਮੈਂਬਰ ਸਲਾਹਕਾਰ ਦੇ ਤੌਰ 'ਤੇ ਨਿਯੁਕਤ ਕੀਤੇ ਗਏ ਸਨ ਜੋ ਗਵਰਨਰ ਜਨਰਲ ਦੀ ਕੈਬਨਿਟ ਦੇ ਮੈਂਬਰ ਹੋਣਗੇ, ਜੋ ਉਹਨਾਂ ਨੂੰ ਹਰ ਕਾਰਜ ਦੇ ਵਿੱਚ ਹਰ ਕੰਮ ਦੇ ਵਿੱਚ ਮਦਦ ਕਰਨਗੇ। ਇਸ ਤੋਂ ਬਾਅਦ ਤੀਜਾ ਕੰਮ ਭਾਰਤ ਦੇ ਵਿੱਚ ਪਹਿਲੀ ਵਾਰ ਸਨ 1774 ਦੇ ਵਿੱਚ ਇਸੇ ਐਕਟ ਦੀ ਪ੍ਰੋਵੀਜ਼ਨ ਦੇ ਤਹਿਤ ਕਲਕੱਤਾ ਦੇ ਵਿੱਚ ਹਾਈ ਕੋਰਟ ਇੱਥੇ ਲਿਖਿਆ ਹੋਇਆ, ਤੁਸੀਂ ਇਹਨੂੰ ਚੇਂਜ ਕਰਕੇ ਇਹਦੀ ਜਗ੍ਹਾ 'ਤੇ ਸੁਪਰੀਮ ਕੋਰਟ ਵਰਡ ਲਿਖੋਗੇ ਤਾਂ ਸਨ 1774 ਦੇ ਵਿੱਚ ਪਹਿਲੀ ਵਾਰ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਖੋਲ੍ਹੀ। ਅਤੇ ਸੁਪਰੀਮ ਕੋਰਟ ਦਾ ਮੇਨਲੀ ਕੰਮ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਨਿਆਇਕ ਕੰਮਾਂ ਵਾਸਤੇ ਸ਼ੁਰੂ ਕੀਤੀ ਗਈ ਸੀ ਤਾਂ ਕਿ ਭਾਰਤੀ ਲੋਕਾਂ ਨੂੰ ਨਿਆਂ ਮਿਲ ਸਕੇ ਅਤੇ ਝਗੜਿਆਂ ਦਾ ਫੈਸਲਾ ਕੀਤਾ ਜਾ ਸਕੇ ਰਾਜਨੀਤਿਕ ਆਰਥਿਕ ਮੁੱਦਿਆਂ ਨੂੰ ਲੈ ਕੇ। ਇਸ ਸੁਪਰੀਮ ਕੋਰਟ ਦੇ ਵਿੱਚ ਕੁੱਲ 4 ਜੱਜ ਸਨ, ਇੱਕ ਮੁੱਖ ਜੱਜ ਸਨ ਅਤੇ 3 ਉਹਨਾਂ ਦੇ ਹੈਲਪਰ ਸਨ। ਅਤੇ ਇਹਨਾਂ ਦੇ ਜਿਹੜੇ ਮੇਨ ਜੱਜ ਸਨ ਉਹਨਾਂ ਦਾ ਨਾਮ ਹੈ ਸਰ ਅਲੀਜ਼ਾ ਐਮਪੇ। ਦੂਜੇ ਜਿਹੜੇ 3 ਹੈਲਪਰ ਸਨ ਉਹਨਾਂ ਦਾ ਨਾਮ ਚੈਂਬਰ, ਇੱਕ ਦਾ ਨਾਮ ਹਾਈਡ ਅਤੇ ਇੱਕ ਦਾ ਨਾਮ ਹੈਗਾ ਲਿਮੈਂਸਟਰ। ਇਹ 3 ਜੱਜ ਸਨ ਜੋ ਇਹਨਾਂ ਦੇ ਨਾਲ ਸਹਾਇਕ ਸਨ। ਇੱਕ ਮੁੱਖ ਜੱਜ ਹੈ ਜਿਹਨੂੰ ਅਸੀਂ ਅੱਜ ਕੱਲ੍ਹ CJI ਕਹਿੰਦੇ ਹਾਂ, ਚੀਫ ਜਸਟਿਸ ਆਫ ਇੰਡੀਆ। ਤਾਂ ਉਸ ਸਮੇਂ ਕਲਕੱਤਾ ਦੀ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਮੁੱਖ ਜੱਜ ਦਾ ਨਾਮ ਤੁਸੀਂ ਨੋਟ ਕਰ ਲਿਓ, ਸਰ ਅਲੀਜ਼ਾ ਐਮਪੇ। ਤਾਂ ਇਹ ਹਾਈ ਕੋਰਟ ਇੱਥੇ ਲਿਖਿਆ, ਤੁਸੀਂ ਇਹਨੂੰ ਸੁਪਰੀਮ ਕੋਰਟ ਲਿਖ ਲਓਗੇ। ਤਾਂ ਸੁਪਰੀਮ ਕੋਰਟ ਖੋਲ੍ਹੀ ਗਈ ਭਾਰਤ ਦੇ ਵਿੱਚ ਇਸ ਐਕਟ ਦੇ ਦੌਰਾਨ। ਇਸ ਤੋਂ ਬਾਅਦ ਜਿਹੜਾ ਅਗਲਾ ਕੰਮ ਕੀਤਾ ਗਿਆ ਕਿ ਜਿਹੜੀ ਈਸਟ ਇੰਡੀਆ ਕੰਪਨੀ ਜੋ ਭਾਰਤ ਦੇ ਵਿੱਚ ਪਹਿਲਾਂ ਪਰਸਨਲੀ ਤੌਰ 'ਤੇ ਨਿੱਜੀ ਤੌਰ 'ਤੇ ਵਪਾਰ ਕਰ ਸਕਦੀ ਸੀ ਜਾਂ ਕਿਸੇ ਵੀ ਭਾਰਤੀ ਰਾਜੇ ਤੋਂ ਜਾਂ ਕਿਸੇ ਭਾਰਤੀ ਲੋਕਾਂ ਤੋਂ ਗਿਫਟ ਲੈ ਸਕਦੀ ਸੀ ਜਾਂ ਥੋੜ੍ਹੀ ਬਹੁਤੀ ਉਹ ਕਿਸੇ ਕੰਮ ਦੇ ਵਿੱਚ ਪਹਿਲਾਂ ਰਿਸ਼ਵਤ ਵੀ ਲੈ ਲੈਂਦੇ ਸਨ, ਹੁਣ ਇਸ ਐਕਟ ਦੇ ਤਹਿਤ ਨਾ ਤਾਂ ਹੁਣ ਇਹ ਪਰਸਨਲ ਵਪਾਰ ਕਰ ਸਕਦੇ, ਨਾ ਹੀ ਗਿਫਟ ਲੈ ਸਕਦੇ, ਭੇਂਟ ਲੈ ਸਕਦੇ ਕਿਸੇ ਤੋਂ, ਅਤੇ ਨਾ ਹੀ ਰਿਸ਼ਵਤ ਲੈ ਸਕਦੇ। ਇਹਨਾਂ ਦੇ ਉੱਤੇ ਪਾਬੰਦੀ ਹੈ ਜਿਹੜੀ ਇਸ ਐਕਟ ਦੇ ਵਿੱਚ ਲਗਾ ਦਿੱਤੀ ਗਈ। ਇਸ ਤੋਂ ਇਲਾਵਾ ਕੰਪਨੀ ਦੇ ਉੱਤੇ ਕੰਟਰੋਲ ਕਰਨ ਵਾਸਤੇ ਬੋਰਡ ਆਫ ਡਾਇਰੈਕਟਰ ਦੀ ਇੱਕ ਟੀਮ ਨਿਯੁਕਤ ਕੀਤੀ ਗਈ,
ਜੋ ਈਸਟ ਇੰਡੀਆ ਦੀ ਕੰਪਨੀ ਹੈ ਜਿਹੜੀ ਉਹਨਾਂ ਦੇ ਕੰਮਾਂ ਦੀ ਦੇਖਭਾਲ ਕਰੇਗੀ ਕਿ ਈਸਟ ਇੰਡੀਆ ਕੰਪਨੀ ਭਾਰਤ ਦੇ ਵਿੱਚੋਂ ਕਿੰਨਾ ਕੱਚਾ ਮਾਲ ਲੈ ਕੇ ਜਾ ਰਹੀ ਹੈ, ਕਿੰਨਾ ਪ੍ਰੋਫਿਟ ਕਮਾ ਰਹੀ ਹੈ। ਉਹਦੇ ਅਕਾਊਂਟਸ ਦੇ ਸਾਰੇ ਹਿਸਾਬ ਕਿਤਾਬ ਦੇ ਉੱਤੇ ਨਿਗਰਾਨੀ ਰੱਖਣ ਵਾਸਤੇ ਇੱਕ ਬੋਰਡ ਆਫ ਡਾਇਰੈਕਟਰ ਹੈ ਜਿਹੜਾ ਉਹ ਸਨ 1773 ਦੇ ਰੈਗੂਲੇਟਿੰਗ ਐਕਟ ਦੇ ਵਿੱਚ ਨਿਯੁਕਤ ਕੀਤਾ ਗਿਆ। ਇਸ ਤੋਂ ਬਾਅਦ ਗੱਲ ਕਰਦੇ ਹਾਂ ਦੂਸਰਾ ਐਕਟ ਆਇਆ ਜਿਹੜਾ ਐਕਟ ਆਫ ਸੈਟਲਮੈਂਟ 1784। ਸੈਟਲਮੈਂਟ ਦਾ ਮਤਲਬ ਹੁੰਦਾ ਕਿਸੇ ਚੀਜ਼ ਦੇ ਵਿੱਚ ਥੋੜ੍ਹਾ ਬਹੁਤਾ ਚੇਂਜਸ ਲੈ ਕੇ ਆਉਣਾ। ਜਿਹੜਾ 1773 ਦਾ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ ਸੀ, ਉਸੇ ਐਕਟ ਦੇ ਵਿੱਚ ਕੁਝ ਬਦਲਾਵ ਕੀਤੇ ਗਏ ਅਤੇ ਉਸ ਬਦਲਾਵ ਦੇ ਵਿੱਚ ਜਿਹੜੀ ਕਲਕੱਤਾ ਦੀ ਗੌਰਮੈਂਟ ਹੈ ਉਹਨਾਂ ਨੂੰ ਹੁਣ ਬੰਗਾਲ, ਬਿਹਾਰ ਅਤੇ ਉੜੀਸਾ ਇਹਨਾਂ 3 ਇਲਾਕਿਆਂ ਵਾਸਤੇ ਕਾਨੂੰਨ ਬਣਾਉਣ ਦੀ ਜਿਹੜੀ ਪਰਮਿਸ਼ਨ ਹੈ ਜਿਹੜੀ ਉਹਦੀ ਦਿੱਤੀ ਗਈ, ਅਧਿਕਾਰ ਦੇ ਦਿੱਤਾ ਗਿਆ ਕਿ ਹੁਣ ਜਿਹੜੀ ਕਲਕੱਤਾ ਦੀ ਸਰਕਾਰ ਹੈ ਉਹ ਬੰਗਾਲ, ਬਿਹਾਰ ਅਤੇ ਉੜੀਸਾ ਇਹਨਾਂ ਤਿੰਨਾਂ ਦੇ ਲਈ ਵੀ ਜਿਹੜਾ ਕਾਨੂੰਨ ਹੈ ਉਹ ਬਣਾ ਸਕੇਗੀ। ਪਹਿਲਾਂ ਸਿਰਫ ਮਦਰਾਸ ਅਤੇ ਬੰਬੇ ਦੇ ਉੱਤੇ ਕੰਟਰੋਲ ਸੀ, ਹੁਣ ਇਸ ਐਕਟ ਦੇ ਵਿੱਚ ਬੰਗਾਲ, ਉੜੀਸਾ ਅਤੇ ਬਿਹਾਰ ਇਹਨਾਂ ਸਟੇਟਾਂ ਦੇ ਉੱਤੇ ਵੀ ਕੰਟਰੋਲ ਹੈ ਜਿਹੜਾ ਕਾਨੂੰਨ ਬਣਾਉਣ ਦਾ ਕੰਮ ਹੈ ਜਿਹੜਾ ਉਹ ਦੇ ਦਿੱਤਾ ਗਿਆ। ਇਸ ਤੋਂ ਬਾਅਦ ਜਿਹੜਾ ਨੈਕਸਟ ਐਕਟ ਹੈ ਉਸ ਐਕਟ ਦਾ ਨਾਮ ਹੈ ਪਿਟਸ ਐਕਟ 1784। ਪਿਟਸ ਐਕਟ ਪਾਸ ਕੀਤਾ ਗਿਆ ਕੁਝ ਸਮੇਂ ਬਾਅਦ ਹੀ, ਲਗਭਗ 3 ਸਾਲ ਬਾਅਦ ਇਸ ਐਕਟ ਦੇ ਵਿੱਚ ਭਾਰਤ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ। ਦੋਹਰੀ ਸ਼ਾਸਨ ਪ੍ਰਣਾਲੀ ਦਾ ਮਤਲਬ ਕਿ ਭਾਰਤ ਦੇ ਵਿੱਚ ਪਹਿਲਾਂ ਜਿਹੜਾ ਵਪਾਰਿਕ ਕੰਮ ਅਤੇ ਜਿਹੜੇ ਰਾਜਨੀਤਿਕ ਕੰਮ ਨੇ ਇੱਕੋ ਸੰਸਥਾ ਕਰਦੀ ਸੀ, ਲੇਕਿਨ ਹੁਣ ਭਾਰਤ ਦੇ ਵਿੱਚ ਵਪਾਰਕ ਕੰਮਾਂ ਵਾਸਤੇ ਅਤੇ ਰਾਜਨੀਤਿਕ ਕੰਮਾਂ ਵਾਸਤੇ 2 ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਜਿਸ ਨੂੰ ਅਸੀਂ ਦੋਹਰਾ ਪ੍ਰਸ਼ਾਸਨ ਬੋਲਦੇ ਹਾਂ। ਅਤੇ ਜਿਹੜੇ ਵਪਾਰਿਕ ਮਾਮਲੇ ਨੇ, ਟਰੇਡ ਦੇ ਮਾਮਲੇ ਨੇ, ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਬੋਰਡ ਆਫ ਡਾਇਰੈਕਟਰ ਦੀ ਲਗਾਈ ਗਈ ਅਤੇ ਜਿਹੜੇ ਸਾਡੇ ਰਾਜਨੀਤਿਕ ਕੰਮ ਨੇ ਉਹਨਾਂ ਵਾਸਤੇ ਬੋਰਡ ਆਫ ਕੰਟਰੋਲਰ ਇੱਕ ਟੀਮ ਬਣਾਈ ਗਈ। ਅਤੇ ਹੁਣ ਭਾਰਤ ਦੇ ਵਿੱਚ ਵਪਾਰ ਅਤੇ ਰਾਜਨੀਤਿਕ ਦੇ ਜਿਹੜੇ ਕੰਮ ਨੇ ਉਹ ਦੋਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ, ਜਦਕਿ ਇਹੀ ਦੋਨੋਂ ਕੰਮ ਪਹਿਲਾਂ ਇੱਕੋ ਪ੍ਰਸ਼ਾਸਨ ਦੇ ਦੁਆਰਾ ਕੀਤੇ ਜਾਂਦੇ ਸਨ। ਤਾਂ ਇਹ ਬਦਲਾਵ ਕੀਤਾ ਗਿਆ ਸਨ 1784 ਦੇ ਪਿਟਸ ਐਕਟ ਦੇ ਵਿੱਚ। ਇਸ ਤੋਂ ਬਾਅਦ ਗੱਲ ਕਰੀਏ ਸਨ 1793 ਦੇ ਚਾਰਟਰ ਐਕਟ ਦੀ। ਇੱਥੋਂ ਸਾਡੇ ਭਾਰਤ ਦੇ ਵਿੱਚ ਚਾਰਟਰ ਐਕਟ ਦੀ ਸ਼ੁਰੂਆਤ ਹੋਈ ਹੈ ਸਨ 1793 ਦੇ ਵਿੱਚ। ਤਾਂ ਸਨ 1793 ਦੇ ਐਕਟ ਦੇ ਵਿੱਚ ਇੱਕੋ ਮੇਨ ਗੱਲ ਸੀ ਕਿ ਜਿਹੜੇ ਬੋਰਡ ਆਫ ਡਾਇਰੈਕਟਰ ਨੇ ਜਾਂ ਉਹਨਾਂ ਦੇ ਨਾਲ ਜਿਹੜੇ ਸੰਬੰਧਿਤ ਮੈਂਬਰ ਨੇ, ਹੁਣ ਉਹਨਾਂ ਦੀ ਤਨਖਾਹ ਜਿਹੜੀ ਭਾਰਤ ਦੇ ਖਾਤੇ ਦੇ ਵਿੱਚ ਦਿੱਤੀ ਜਾਏਗੀ। ਜੋ ਵੀ ਭਾਰਤ ਦੇ ਲੋਕਾਂ ਤੋਂ ਟੈਕਸ ਵਸੂਲ ਕੀਤਾ ਜਾਏਗਾ ਅੰਗਰੇਜ਼ਾਂ ਦੁਆਰਾ, ਉਸੇ ਟੈਕਸ ਦੇ ਵਿੱਚੋਂ ਜਿਹੜੇ ਬੋਰਡ ਆਫ ਡਾਇਰੈਕਟਰ ਨੇ ਜਾਂ ਜਿਹੜੇ ਉਹਨਾਂ ਦੇ ਹੋਰ ਸਹਾਇਕ ਮੈਂਬਰ ਨੇ ਉਹਨਾਂ ਦੀਆਂ ਤਨਖਾਹਾਂ ਹੁਣ ਭਾਰਤ ਦੇ ਅਕਾਊਂਟ ਦੇ ਵਿੱਚੋਂ ਹੀ ਦਿੱਤੀਆਂ ਜਾਣਗੀਆਂ। ਇਹ ਵਿਵਸਥਾ ਕੀਤੀ ਗਈ ਸਨ 1793 ਦੇ ਚਾਰਟਰ ਐਕਟ ਦੇ ਵਿੱਚ। ਇਸ ਤੋਂ ਬਾਅਦ ਗੱਲ ਕਰਦੇ ਹਾਂ ਸਨ 1813 ਦੇ ਚਾਰਟਰ ਐਕਟ ਦੀ। ਇਸ ਨੂੰ 5ਵੀਂ ਰਿਪੋਰਟ ਦੇ ਨਾਮ ਨਾਲ ਵੀ ਇਤਿਹਾਸ ਦੇ ਵਿੱਚ ਜਾਣਿਆ ਜਾਂਦਾ ਹੈ। 5ਵੀਂ ਰਿਪੋਰਟ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਡਾ 5ਵਾਂ ਐਕਟ ਹੈ। ਪਹਿਲਾ ਐਕਟ ਤੁਹਾਡਾ 1773 ਦਾ, ਦੂਜਾ ਐਕਟ ਹੈ ਜਿਹੜਾ 1781 ਦਾ, ਫਿਰ ਤੀਜਾ ਐਕਟ 1784 ਦਾ, ਇਸ ਤੋਂ ਬਾਅਦ ਫਿਰ 1793 ਅਤੇ ਇਹ 5ਵਾਂ ਐਕਟ ਸੀ। ਇਸੇ ਕਰਕੇ ਇਹਨੂੰ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ 5ਵੀਂ ਰਿਪੋਰਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਬੜਾ ਹੀ ਮਸ਼ਹੂਰ ਐਕਟ ਹੈ 1813 ਦਾ, ਜਿਸ ਨੂੰ ਅਸੀਂ ਚਾਰਟਰ ਐਕਟ ਬੋਲਦੇ ਹਾਂ। ਇਸ ਚਾਰਟਰ ਐਕਟ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਕੰਮ ਕੀਤਾ ਗਿਆ ਉਹ ਇਹ ਸੀ ਕਿ ਜਿਹੜੀ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਆਈ ਸੀ ਉਹਨੂੰ ਚਾਈਨਾ ਦੇ ਨਾਲ ਵਪਾਰ ਕਰਨ ਦੀ 20 ਸਾਲ ਦੀ ਹੋਰ ਆਗਿਆ ਦਿੱਤੀ ਗਈ। ਏਕਾਧਿਕਾਰ ਦਿੱਤਾ ਗਿਆ। ਮੋਨੋਪਲੀ ਦਾ ਮਤਲਬ ਹੁੰਦਾ ਹੈ ਏਕਾਧਿਕਾਰ, ਕਿ ਜਿਹੜੀ ਚਾਈਨਾ ਦੇ ਨਾਲ ਈਸਟ ਇੰਡੀਆ ਕੰਪਨੀ ਹੈ ਉਹ ਆਉਣ ਵਾਲੇ 20 ਸਾਲਾਂ ਤੱਕ ਹੋਰ ਵਪਾਰ ਜਿਹੜਾ ਉਹ ਕਰ ਸਕਦੀ ਹੈ। ਪਰ ਬਾਕੀ ਜਿਹੜੀ ਮੋਨੋਪਲੀ ਉਹਨਾਂ ਦੀ ਖਤਮ ਕਰ ਦਿੱਤੀ ਗਈ ਸੀ, ਏਕਾਧਿਕਾਰ ਖਤਮ ਕਰ ਦਿੱਤਾ ਗਿਆ ਸੀ। ਸਿਰਫ ਇਕੱਲਾ ਚੀਨ ਦੇ ਨਾਲ ਹੀ ਉਹ ਆਉਣ ਵਾਲੇ 20 ਸਾਲ ਤੱਕ ਵਪਾਰ ਹੈ ਜਿਹੜਾ ਉਹ ਕਰ ਸਕਦੀ ਹੈ। ਪਹਿਲਾਂ ਭਾਰਤ ਦੇ ਵਿੱਚ ਇਕੱਲੀ ਬ੍ਰਿਟਿਸ਼ ਇੰਡੀਆ ਜਿਹੜੀ ਕੰਪਨੀ ਸੀ, ਈਸਟ ਇੰਡੀਆ ਕੰਪਨੀ, ਸਿਰਫ ਪਹਿਲਾਂ ਉਹੀ ਵਪਾਰ ਕਰ ਸਕਦੀ ਸੀ। ਹੋਰ ਕਿਸੇ ਕੰਪਨੀ ਨੂੰ ਭਾਰਤ ਦੇ ਵਿੱਚ ਇਸ ਚੀਜ਼ ਦੀ ਪਰਮਿਸ਼ਨ ਨਹੀਂ ਸੀ। ਲੇਕਿਨ 1813 ਦੇ ਐਕਟ ਦੇ ਵਿੱਚ ਜਿਹੜੀਆਂ ਬਾਕੀ ਕੰਪਨੀਆਂ ਨੇ ਉਹ ਵੀ ਭਾਰਤ ਦੇ ਵਿੱਚ ਆ ਕੇ ਵਪਾਰ ਕਰ ਸਕਦੀਆਂ ਨੇ। ਤਾਂ ਇਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੇ ਭਾਰਤ ਦੇ ਵਿੱਚ ਜਿਹੜਾ ਏਕਾਧਿਕਾਰ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ। ਭਾਰਤ ਦੀ ਸੰਸਕ੍ਰਿਤੀ ਦੇ ਉੱਤੇ ਸਭ ਤੋਂ ਭਾਰੀ ਸੱਟ ਉਦੋਂ ਮਾਰੀ ਗਈ ਜਦੋਂ ਸਨ 1813 ਦੇ ਚਾਰਟਰ ਐਕਟ ਦੇ ਵਿੱਚ ਅੰਗਰੇਜ਼ਾਂ ਨੇ ਇਸ ਗੱਲ ਦੀ ਆਗਿਆ ਦੇ ਦਿੱਤੀ ਕਿ ਜਿਹੜੇ ਈਸਾਈ ਮਿਸ਼ਨਰੀ ਨੇ, ਜਿਹੜੇ ਕਿ ਧਰਮ ਦੇ ਪ੍ਰਚਾਰਕ ਹੁੰਦੇ ਨੇ, ਉਹਨਾਂ ਨੂੰ ਭਾਰਤ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਗਈ ਸਨ 1813 ਦੇ ਐਕਟ ਦੇ ਵਿੱਚ,
कि हुण कोई भी ईसाई मिशनरी जिहड़े चर्च के फादर हुंदे ने वो भारत दे विच आ सकदे ने ते अपने ईसाई धर्म का प्रचार कर सकते हैं। इस तो इलावा इस एक्ट दे विच ये भी गल आखी गई कि हुण भारत दे विच जिहड़ी अंग्रेजी सिक्ख्या है या जिहड़ी अंग्रेजी भाषा है उसनूं लागू किया जा सकदा ते भारत दे विच अंग्रेजी स्कूल काफ़ी ज़्यादा खोले गए ते भारतीय लोगों उन्हां दी संस्कृति तो उन्हां दी भाषा तो अलग करन दे लई भारत दे विच जिहड़ी अंग्रेजी भाषा है उसनूं लागू किया गया। इस तो इलावा इसे एक्ट दे विच जिहड़ियां साडीआं लोकल गौरमेंट ने जिन्हों असीं स्थानक सरकार कहने जिवें कि साडीआं पंचायतां ने इन्हां नूं भारत दे विच टैक्स इकट्ठा करन दी परमिशन है जिहड़ी वो दे दित्ती गई कि हुण साडीआं लोकल गौरमेंट्स ने जिहड़ियां वो पिंडां दे विचों टैक्स इकट्ठा कर सकदियां ने। जेकर कोई व्यक्ति समय ते टैक्स नहीं भरदा तां उस दे लई सज़ा दा प्रावधान भी इस एक्ट दे विच कीता गया। तो 1813 का एक्ट जिहड़ा काफ़ी ज़्यादा साडे वास्ते इंपॉर्टेंट है एग्जाम वास्ते, तो इहदियां व्यवस्थावां नूं तुसीं नाल कापी ते नोट करते रहना है। इस तो बाद गल करते हैं सन 1833 के एक्ट की। सन 1833 का जिहड़ा एक्ट है इस नूं पास किया गया, इस नूं नाम दिता गया चार्टर एक्ट ऑफ 1833। ये चार्टर एक्ट के नाम नाल जानिया जांदा। चार्टर एक्ट तुसीं एक 1793 वाला पढ़िया तो दूजा 1833 वाला, 13 वाला तो हुण 33 वाला, तो इस तो बाद सन 1853 का भी एक चार्टर एक्ट आएगा, फिर 1861 का आएगा। तो इस तो बाद असीं हुण पढ़ते हैं कि चार्टर एक्ट 1833 दे विच की काम किया गया। सब तो पहला काम तो यह किया गया कि जिहड़े भारत के गवर्नर जनरल ने उन्होंने नियुक्त किया गया। जिहड़े पहला बंगाल के गवर्नर जनरल हुंदे सी हुण उसे नूं पूरे भारत का गवर्नर जनरल कहा जान लग गया। तो भारत के पहले गवर्नर जनरल सन उन्हों का नाम है लॉर्ड विलियम बेंटिक। इस तो पहला जिहड़े गवर्नर जनरल सन वो सिर्फ पहला कल्ले बंगाल के सन, जिन्हां दे अंडर बंगाल, बिहार, मद्रास ते उड़ीसा की प्रेजिडेंसी सी। ते इन्हां दे अंडर हुण इन्हां नूं पूरे भारत का गवर्नर बनाया गया, गवर्नर जनरल। तो हुण ये पूरे भारत के उत्ते प्रशासन करनगे। तो भारत के पहले गवर्नर जनरल ने जिहड़े उन्हां दा नाम लॉर्ड विलियम बेंटिक। लॉर्ड विलियम बेंटिक के बारे असी पहला भी पढ़ चुके हैं कि जिहड़ा लॉर्ड विलियम बेंटिक ने इन्हां ने भारत के विच सती जिहड़ी प्रथा है उसनूं खत्म कीता सी। सती प्रथा दे विच किसी भी पिंड दे विच या किसी भी इलाके दे विच जदों किसी व्यक्ति की मौत हो जाती सी तो उसके नाल ही उसकी पत्नी नूं जीवित है जिहड़ा वो चिता दे विच जला दिता जांदा सी। ते ये प्रथा भारत के विच हिंदू धर्म के विच प्रचलित सी। ते इस प्रथा नूं लॉर्ड विलियम बेंटिक ते राजा राम मोहन राय ने सन 1829 च खत्म कर दिता गया सी। काफ़ी ज़्यादा समाजिक सुधार ने जिहड़े लॉर्ड विलियम बेंटिक ने भारत दे विच कीते सन ते यही भारत के पहले गवर्नर जनरल सन। दो प्रश्न बनते हैं इत्थों। एक प्रश्न तो यह बनेगा कि बंगाल के पहले गवर्नर जनरल कौन सन, तो तुसीं इन्हां दा नाम लिखना वारन हेस्टिंग। पर जे तुहानूं पुछया जाए भारत के पहले गवर्नर जनरल तो तुसीं इन्हां दा नाम लिखोगे लॉर्ड विलियम बेंटिक, जिन्हां ने भारत दे विच सती प्रथा का अंत किया। तो ये सी चार्टर एक्ट की पहली विशेषता। 1833 दे विच लॉर्ड विलियम बेंटिक भारत के पहले गवर्नर जनरल, तो बंगाल के आखिरी गवर्नर जनरल भी यही हैं, क्योंकि लॉर्ड विलियम बेंटिक भारत के विच 1828 दे तो लैके 1835 तक रहे सन। तो 1833 के चार्टर एक्ट के विच ही इन्होंने गवर्नर जनरल भारत का बनाया गया सी। इस तो पहला ही बंगाल के गवर्नर जनरल सन। तो इन्होंने को दोनों पोस्टां सन। आखिरी गवर्नर जनरल बंगाल के पूछे तो भी लॉर्ड विलियम बेंटिक है, जे भारत के पहले गवर्नर जनरल पूछण तो भी लॉर्ड विलियम बेंटिक ही हैं। इस तो बाद जी दूजी व्यवस्था ही की गई सी कि जिहड़े बंगाल के ते जिहड़े मद्रास के गवर्नर ने उन्हां दे कोल हुण कानून बनाउण दी जिहड़ी शक्ति है वो खो ली गई सी। हुण पूरे भारत वास्ते जिहड़े कानून बनाउण दी पूरी जिम्मेवारी है वो गवर्नर जनरल ऑफ इंडिया की लगाई गई। तो उन्हां दी जिहड़ी ताकत है जो भी उन्हां कोल पहलां पावर्स जिहड़ियां यूज़ कर रहे सन हुण उस पावर दे उत्ते रोक लगा दी गई। तो अनलिमिटेड जिहड़े अधिकार ने वो सारे दे सारे गवर्नर जनरल ऑफ इंडिया नूं प्रोवाइड कर दिते गए। इस तो इलावा तीजा काम भारत दे विच गुलाम प्रथा नूं सन 1843 दे विच पूरी तरीके नाल कानूनी तौर पर खत्म कर दिता गया। पहलां भारत दे विच लोकां नूं गुलाम बनाया जांदा सी, जिवें कि तुहानूं पता है कि 1206 तो लैके 1210 दे विच जिहड़े साडी गुलाम प्रथा शुरू हुई सी 1206 दे विच, जदों साडे भारत दे विच दिल्ली सल्तनत दा जिहड़ा पहला राजा सी गुलाम वंश का कुतुब बिन ऐबक, उन्होंने समय तो ही जिहड़ी गुलाम प्रथा भारत दे विच चली हुई सी।
ਤੇ ਇਸ ਨੂੰ ਪੂਰੀ ਤਰੀਕੇ ਨਾਲ ਸਨ 1843 ਦੇ ਵਿੱਚ ਇਸੇ ਐਕਟ ਦੇ ਦੌਰਾਨ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਿਹੜਾ ਨੈਕਸਟ ਪੁਆਇੰਟ ਹੈ ਸਾਡੇ ਕੋਲ, ਭਾਰਤ ਦੇ ਵਿੱਚ ਅਲੱਗ-ਅਲੱਗ ਪੋਸਟਾਂ ਦੇ ਉੱਤੇ ਜਿਹੜੇ ਵਿਅਕਤੀ ਨਿਯੁਕਤ ਕੀਤੇ ਜਾਂਦੇ ਸਨ, ਉਹਨਾਂ ਦੇ ਨਾਲ ਹੁਣ ਕਿਸੇ ਪ੍ਰਕਾਰ ਦਾ ਵੀ ਧਰਮ, ਜਾਤੀ, ਰੰਗ ਜਾਂ ਨਸਲ ਦੇ ਆਧਾਰ 'ਤੇ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ ਜਾਏਗਾ। ਇਹ ਵਿਵਸਥਾ ਵੀ ਇਸ ਐਕਟ ਦੇ ਵਿੱਚ ਕਰ ਦਿੱਤੀ ਗਈ। ਇਸ ਤੋਂ ਇਲਾਵਾ ਇਸੇ ਐਕਟ ਦੇ ਵਿੱਚ ਭਾਰਤ ਦੇ ਵਿੱਚ ਖੁੱਲ੍ਹੀ ਪ੍ਰਤੀਯੋਗਤਾ ਜਾਂ ਓਪਨ ਕੰਪੀਟੀਸ਼ਨ ਦੇ ਜਿਹੜੇ ਇਗਜ਼ਾਮ ਨੇ ਉਹ ਔਰਗਨਾਈਜ਼ ਕੀਤੇ ਜਾਣਗੇ। ਇਸ ਚੀਜ਼ ਵਾਸਤੇ ਉਪਰਾਲਾ ਕੀਤਾ ਗਿਆ ਸੀ ਕਿ ਇਸ ਤੋਂ ਬਾਅਦ ਭਾਰਤ ਦੇ ਵਿੱਚ ਹਰੇਕ ਪੋਸਟ, ਚਾਹੇ ਉਹ IPS ਹੈ, ਚਾਹੇ IAS ਹੈ, ਕਿਸੇ ਵੀ ਪ੍ਰਕਾਰ ਦੀ ਪੋਸਟ ਹੈ, ਉਹਦੇ ਵਾਸਤੇ ਓਪਨ ਕੰਪੀਟੀਸ਼ਨ ਕਰਵਾਇਆ ਜਾਏਗਾ, ਪੇਪਰ ਲਿਆ ਜਾਏਗਾ। ਪਰ ਇਸ ਸੁਝਾਅ ਨੂੰ ਬੋਰਡ ਆਫ ਡਾਇਰੈਕਟਰ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਤੇ ਹਾਲਾਂਕਿ ਲਾਰਡ ਵਿਲੀਅਮ ਬੈਂਟਿਕ ਚਾਹੁੰਦਾ ਸੀ ਕਿ ਭਾਰਤ ਦੇ ਵਿੱਚ ਜਿਹੜੇ ਓਪਨ ਕੰਪੀਟੀਸ਼ਨ ਦੇ ਇਗਜ਼ਾਮ ਸ਼ੁਰੂ ਹੋਣ, ਪਰ ਬੋਰਡ ਆਫ ਡਾਇਰੈਕਟਰ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਜਿਸ ਕਰਕੇ ਭਾਰਤ ਵਿੱਚ ਇਹ ਉਸ ਸਮੇਂ ਲਾਗੂ ਨਹੀਂ ਹੋ ਸਕਿਆ। ਲੇਕਿਨ 1853 ਦੇ ਐਕਟ ਦੇ ਵਿੱਚ ਇਹਨੂੰ ਮੁੜ ਤੋਂ ਲਾਗੂ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਦੇ ਵਿੱਚ ਲਾਅ ਕਮਿਸ਼ਨ ਦੀ ਸਥਾਪਨਾ ਹੋਈ ਸਨ 1834 ਦੇ ਵਿੱਚ ਇਸੇ ਐਕਟ ਦੇ ਦੌਰਾਨ। ਤੇ ਲਾਰਡ ਮੈਕਾਲੇ ਨੇ ਜਿਹੜੇ ਭਾਰਤ ਦੇ ਪਹਿਲੇ ਕਾਨੂੰਨ ਕਮਿਸ਼ਨ ਬਣੇ ਸਨ, ਉਹਨਾਂ ਦੀ ਲੀਡਰਸ਼ਿਪ ਦੇ ਅੰਡਰ ਹੀ ਇਹ ਟੀਮ ਬਣਾਈ ਗਈ ਸੀ ਜੋ ਭਾਰਤ ਦੇ ਵਿੱਚ ਕਾਨੂੰਨਕਾਰੀ ਦੇ ਤੌਰ 'ਤੇ, ਸਲਾਹਕਾਰੀ ਦੇ ਤੌਰ 'ਤੇ ਕੰਮ ਕਰੇਗੀ ਤੇ ਭਾਰਤ ਦੇ ਲੋਕਾਂ ਵਾਸਤੇ ਅਲੱਗ-ਅਲੱਗ ਕਾਨੂੰਨਾਂ ਦਾ ਨਿਰਮਾਣ ਕਰੇਗੀ। ਤਾਂ ਲਾਅ ਕਮਿਸ਼ਨ ਕਮੇਟੀ ਹੈ ਜਿਹੜੀ ਭਾਰਤ ਦੇ ਸਨ 1834 ਦੇ ਵਿੱਚ ਲਾਰਡ ਮੈਕਾਲੇ ਦੁਆਰਾ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਜਿਹੜਾ ਆਖਰੀ ਪੁਆਇੰਟ ਹੈ ਤੁਹਾਨੂੰ ਇਸ 1833 ਦੇ ਐਕਟ ਦਾ, ਉਹ ਇਹ ਹੈ ਕਿ ਭਾਰਤ ਜਿਹੜਾ ਗਵਰਨਰ ਜਨਰਲ ਹੈ ਉਸ ਦੇ ਕੋਲ ਹੁਣ ਪੂਰੇ ਭਾਰਤ ਦਾ ਬਜਟ ਬਣਾਉਣ ਦਾ ਅਧਿਕਾਰ ਇਹਨਾਂ ਕੋਲ ਆ ਗਿਆ। ਹੁਣ ਪੂਰੇ ਭਾਰਤ ਦੇ ਲੋਕਾਂ ਵਾਸਤੇ ਜਿਹੜਾ ਬਜਟ ਹੈ ਉਸ ਨੂੰ ਤਿਆਰ ਕਰਨ ਦਾ ਜਿਹੜਾ ਕੰਮ ਦੀ ਪੂਰੀ ਜ਼ਿੰਮੇਵਾਰੀ ਹੈ ਉਹ ਹੁਣ ਸਾਡੀ ਹੈ ਜਿਹੜੀ ਗਵਰਨਰ ਜਨਰਲ ਆਫ ਇੰਡੀਆ ਦੇ ਕੋਲ ਆ ਗਈ। ਤਾਂ ਇਹ ਸੀ ਤੁਹਾਡਾ ਸਨ 1833 ਦਾ ਰੈਗੂਲੇਟਿੰਗ ਐਕਟ ਤੋਂ ਬਾਅਦ ਚਾਰਟਰ ਐਕਟ ਆਖਰੀ ਐਕਟ ਹੈ। ਤੇ ਇਸ ਐਕਟ ਤੋਂ ਬਾਅਦ ਤੁਹਾਨੂੰ ਮੈਂ ਨੈਕਸਟ ਵੀਡੀਓ ਦੇ ਵਿੱਚ ਸਨ 1853 ਦਾ ਐਕਟ, ਸਨ 1861 ਦਾ ਐਕਟ ਤੇ ਸਨ 1893 ਦਾ ਜਿਹੜਾ ਐਕਟ ਹੈ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਦੱਸਾਂਗਾ। ਤੇ ਤੁਸੀਂ ਨਾਲ ਨਾਲ ਇਹਦੇ ਨੋਟਸ ਜਿਹੜੇ ਬਣਾਉਂਦੇ ਰਹੋ ਤਾਂ ਕਿ ਤੁਹਾਨੂੰ ਪੜ੍ਹਨ ਦੇ ਵਿੱਚ ਬਾਅਦ 'ਚ ਦਿੱਕਤ ਨਾ ਆਵੇ। ਤੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇਹ ਟੌਪਿਕ ਹੈ ਜਿਹੜਾ ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜਾ ਮੰਨਿਆ ਗਿਆ ਹੈ।